नमस्कार दोस्तों, अज असी देखने जा रहे हैं वीडियो नंबर 3 बेसिक्स दी। प्रयास दे इस चैनल से आपका बहुत बहुत स्वागत है। हाले तक असी की देखा, असी देखा डेसिमल रिप्रजेंटेशन यानी कि दशमलव रूप। असी इस वीडियो च देखांगे। असी हाले तक की देखा, हाले तक असी देख लिया जी बेसिकली असी जड़े परिमेय संख्या होंदियां वा उन्हां नूं रेखा ते किस तरह दर्शाने हैं। उस तो बाद असी Z ते R होप्स करदा कि तुसीं यह कीती होवेगी। उस तो बाद असी ਜਿਹੜੇ ਸੀਗੇ ਉਹ 2 ਦਾ ਰੂਲ ਸਿੱਖਿਆ, 3 ਦਾ ਰੂਲ ਸਿੱਖਿਆ, 5 ਨਾਲ ਵੰਡ ਕਿਸ ਤਰ੍ਹਾਂ ਹੁੰਦੀ ਹੈ, ਡਿਵੀਜ਼ਨ ਕਿਸ ਤਰ੍ਹਾਂ ਹੁੰਦੀ, ਭਾਗ ਕਿਸ ਤਰ੍ਹਾਂ ਹੁੰਦਾ ਹੈ। ਫਿਰ ਅਸੀਂ ਕਟਿੰਗ ਦਾ ਕਨਸੈਪਟ ਸਿੱਖਿਆ। ਹੁਣ ਅਸੀਂ ਇਸ ਵੀਡੀਓ 'ਚ ਦੇਖਣ ਜਾ ਰਹੇ ਹਾਂ ਡੈਸੀਮਲ ਰਿਪਰਜੈਂਟੇਸ਼ਨ ਰੈਸ਼ਨਲ ਨੰਬਰ ਦੀ। ठीक है, ਹੁਣ ਜਿੱਦਾਂ ਮੈਂ ਤੁਹਾਨੂੰ ਇੱਥੇ ਗੱਲ ਕੀਤੀ ਸੀ ਕਿ ਇਹਨੂੰ ਜਿੱਦਾਂ ਮੰਨ ਲਓ ਇਸ ਤਰ੍ਹਾਂ ਆ ਗਿਆ, 2 ਨਾਲ ਗੁਣਾ ਨਹੀਂ ਹੋ ਰਿਹਾ। ਜਦੋਂ ਗੁਣਾ ਹੀ ਨਹੀਂ ਹੋ ਰਿਹਾ, ਕਟਿੰਗ ਨਹੀਂ ਹੋ ਰਹੀ, ਫਿਰ ਸਾਨੂੰ ਕੀ ਕਰਨਾ ਪੈਂਦਾ, ਉਹਦਾ ਡੈਸੀਮਲ ਰੂਪ ਲੈਣਾ ਪੈਂਦਾ, ਯਾਨੀ ਕਿ ਦਸ਼ਮਲਵ ਰੂਪ ਲੈਣਾ ਪੈਂਦਾ। ਜਿੱਦਾਂ ਸਾਡੇ ਕੋਲ ਇੱਥੇ ਆ, ਦੇਖੋ ਇਹ ਸਵਾਲ ਹੈ -17/8 ਤੇ ਮੈਂ ਹੁਣ 8 ਤੇ ਲਿਆ, 17 ਇੱਥੇ ਲਿਆ, ਮਾਈਨਸ ਜਿਹੜਾ ਸਾਈਨ ਸੀਗਾ ਉਹਨੂੰ ਮੈਂ ਹਲੇ ਵੱਖਰਾ ਰੱਖ ਲਿਆ। ਹੁਣ 8 ਆਇਆ, 17 ਆਇਆ ਤੇ 8 2 ਜਾਂ 16 ਹੈ ਨਾ। ਇਹ ਆਪਣੇ ਸਾਰਿਆਂ ਨੂੰ ਪਤਾ, ਅਸੀਂ ਸਾਰੀ ਕਲਾਸਾਂ 'ਚ ਕੀਤਾ ਯਾਰ, ਇੰਨਾ ਤਾਂ ਸਾਨੂੰ ਪਤਾ ਹੀ ਹੈ। ਹੁਣ ਜਦੋਂ 0 ਆ ਤੇ 8 0 ਜਾਂ 0 ਹੁੰਦਾ। ਮੈਂ ਵੈਸੇ ਮੈਂ ਕਿ ਦੱਸਦਾ ਤੇ ਪੁਆਇੰਟ ਇੱਥੇ 10 ਆ ਗਿਆ ਤੇ ਪੁਆਇੰਟ ਨਾ ਉਹ 8 1 ਜਾਂ ਇਹ ਸਾਰਿਆਂ ਨੂੰ ਆਉਂਦਾ ਕਿ ਨਹੀਂ ਆਉਂਦਾ 0। ਹੋਪਸੋ ਇਹ ਸਾਰਿਆਂ ਨੂੰ ਆਉਂਦਾ ਹੋਵੇਗਾ। चलिए इस तरह ही चलता रहेगा। 40 आ गया तो यह खत्म हो गया। इत्थे मतलब -17.8 की है माइनस ऑफ 2.125। मैंने यह दसन का की मतलब आ, जिस तरह असी होर भाग भी कर सकते हैं, डिवाइड होर भी कई तरह की डिवाइड आ जी असी कर सकते हैं तो कीतियां हाले तक। यह जी वंड सीगी जी असी हुण इत्थे कीती है, यह वाली वंड की है एर च एक रिमाइंडर की आ गया 0। रिमाइंडर साडा 0 मिल गया। रिमाइंडर समझते हो ना, ए देखो ए जी रिमाइंडर सानू 0 मिल गया। पर हुण मान लो एक सवाल मैं किया 8/3, ठीक है। जो मैं 8/3 करता है, जब 3 इत्थे रखता है तो 2 तो 6 2 है ना। हुण इत्थे 2 छोटा है इसलिए पॉइंट 18, फिर 6 आ जाएगा, फिर 6 ਜਾਂ 18। ਇਹ ਦੇਖ ਰਹੇ ਹੋ ਤੁਸੀਂ, ਕੀ ਦੇਖ ਰਹੇ ਹੋ, 20 ਜਿਹੜਾ ਹੈ ਰਿਪੀਟ ਹੋਈ ਜਾ ਰਿਹਾ। 20 ਜਿਹੜਾ ਕੀ ਹੋ ਰਿਹਾ, ਰਿਪੀਟ ਹੋ ਰਿਹਾ, ਹਰ ਵਾਰ ਰਿਪੀਟ ਹੋ ਰਿਹਾ। 6 6 6 ਕਿੰਨੀ ਵਾਰੀ ਆਉਂਦਾ ਰਹੇਗਾ। ਮਤਲਬ 8/3 ਕੀ ਹੈ 2.666666। ਇਹ ਰਿਪੀਟ ਹੋਈ ਜਾ ਰਿਹਾ। ਕੀ ਹੋ ਰਿਹਾ, ਰਿਪੀਟ ਹੋ ਰਿਹਾ, ਮਤਲਬ ਬਾਰ-ਬਾਰ ਆਈ ਜਾ ਰਿਹਾ। ਇਸ ਲਈ ਅਸੀਂ ਇਹਨੂੰ ਕਿੱਦਾਂ ਲਿਖਦੇ ਹਾਂ 2.6 ਦੇ ਉੱਤੇ ਬਾਰ, ਮਤਲਬ ਕਿਉਂਕਿ 6 ਰਿਪੀਟ ਹੋ ਰਿਹਾ। ਮੰਨ ਲਓ ਇੱਥੇ ਕੀ ਹੁੰਦਾ, ਇੱਥੇ ਮੰਨ ਲਓ ਜਿਸ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦੱਸਾਂ ਤੇ ਉਹ ਐਗਜ਼ਾਮਪਲ ਆ ਮੰਨ ਲਓ 160/45। ਤੇ ਅਸੀਂ ਜਦੋਂ ਇਹਨੂੰ ਸੋਲਵ ਕਰਾਂਗੇ ਅਸੀਂ ਦੇਖਾਂਗੇ ਕਿ 16/45 ਮਾਫ ਕਰਿਓ 0.35 5 5 5 ਤੇ ਇੱਥੇ ਕੀ ਹੋਇਆ, ਮਤਲਬ 0.35 ਜਿਹੜਾ ਰਿਪੀਟ ਕਰ ਰਿਹਾ। ਸਮਝ ਪਾ ਰਹੇ ਹੋ ਇਸ ਚੀਜ਼ ਨੂੰ, 5 ਰਿਪੀਟ ਕਰ ਰਿਹਾ। ਇਹ ਵਾਲੇ ਨੰਬਰ ਤੇ ਇਹ ਵਾਲੇ ਨੰਬਰ ਦੋਨੋਂ ਵੱਖ-ਵੱਖ ਨੰਬਰ ਆ। ਇਹਨਾਂ ਨੂੰ ਕੀ ਕਹਿੰਦੇ ਆ ਉਹ ਅਸੀਂ ਹੁਣੇ ਦੇਖਦੇ ਹਾਂ। ਹੁਣ ਇਹ ਦੇਖੋ ਜਿਹੜਾ ਇਹ ਸ਼ਾਂਤ, ਮਤਲਬ ਇਹ ਰੁਕ ਗਿਆ, ਇਹ ਚੀਜ਼ ਰੁਕ ਗਈ ਹੈ, ਇਸ ਲਈ ਇਹਨੂੰ ਕੀ ਬੋਲਾਂਗੇ, ਸ਼ਾਂਤ ਆਵਰਤੀ ਦਾ ਦਸ਼ਮਲਵ ਵਿਸਤਾਰ। ਤੇ ਇਹ ਰਿਮਾਈਂਡਰ ਨੂੰ ਪੰਜਾਬੀ 'ਚ ਕੀ ਕਹਿੰਦੇ, ਬਾਕੀ ਕਿੰਨਾ ਬਚ ਗਿਆ ਹੈ ਨਾ। ਤੇ ਇਹ ਜਿਹੜੀ ਚੀਜ਼ ਹੈ ਹੈਗੀ ਹੈ ਅਸ਼ਾਂਤ, ਮਤਲਬ ਇਹ ਰੁਕ ਨਹੀਂ ਰਹੀ ਹੈ। 6 ਆਈ ਜਾ ਰਿਹਾ, ਆਈ ਜਾ ਰਿਹਾ, ਆਈ ਜਾ ਰਿਹਾ। ਜੇ ਅਸੀਂ ਇੱਥੇ ਦੇਖੀਏ 5 ਆਈ ਜਾ ਰਿਹਾ, ਆਈ ਜਾ ਰਿਹਾ। 3 ਤੇ ਨਹੀਂ ਨਾ ਆ ਰਿਹਾ, 3 ਦੇ ਉੱਪਰ ਡੰਡੀ ਨਹੀਂ ਆਣੀ, ਬਾਹਰ ਜਿਹੜੇ ਫਕਰ ਤੇ ਆਣੀ ਹੈ 5 ਦੇ ਉੱਪਰ, ਕਿਉਂਕਿ 5 ਜਿਹੜਾ ਉਹ ਬਾਰ-ਬਾਰ ਆਈ ਜਾ ਰਿਹਾ, ਆਈ ਜਾ ਰਿਹਾ, ਆਈ ਜਾ ਰਿਹਾ, ਠੀਕ ਹੈ। ਇਸ ਤੋਂ ਬਾਅਦ ਹੁਣ ਅਸੀਂ ਕੀ ਦੇਖਾਂਗੇ ਕਿ ਮੰਨ ਲਓ ਇੱਕ ਹੋਰ ਸਵਾਲ ਮੈਂ ਤੁਹਾਨੂੰ ਦੇ ਦਿੰਦਾ ਕਿ ਜਿਸ ਤਰ੍ਹਾਂ ਅਸੀਂ 22/7 ਦੀ ਗੱਲ ਕਰਦੇ ਹਾਂ। 22/7 ਕਿਸੇ ਨੇ ਇਹ ਦੇ ਦਿੱਤਾ है ना। तो हुण असी की करांगे 7 ते 22 लिख दांगे। हुण करांगे जी 22/7 सानूं पता पाई हुंदा याद है। असी कहने हुंदे आ यार इररैशनल नंबर यानी कि अपरिमेय संख्या बोलते हुंदे सी। 22/7 नूं पाई बोलते हुंदे सी। हुण देखो 7 3 ਜਾਂ 21 1.0
0 1 7 3 30 4 28 ਇਹ ਸਮਝ ਆ ਰਿਹਾ ਤੇ ਸਭ ਨੂੰ ਪਤਾ ਮੈਂ ਤੁਹਾਨੂੰ ਕਰਕੇ ਦੱਸ ਰਿਹਾ 8 56 40 5 35 5 50 7 49 1 0 7 1 ਤੁਸੀਂ ਦੇਖ ਪਾ ਰਹੇ ਹੋ ਇਹ ਹੁਣ 10 ਆ ਗਿਆ ਮਤਲਬ ਇੱਥੇ ਵੀ 10 ਸੀਗਾ ਇੱਥੋਂ ਤੱਕ ਇਹ ਰਿਪੀਟ ਨਹੀਂ ਹੋਇਆ ਯਾਨੀ ਕਿ ਇਹ ਅਸ਼ਾਂਤ ਸੀ ਇੱਥੋਂ ਤੱਕ ਹੁਣ ਇਹ ਸ਼ਾਂਤ ਹੋ ਗਿਆ ਸਮਝ ਪਾ ਰਹੇ ਹੋ ਕੀ ਮਤਲਬ ਕਿ 22/7 ਨੂੰ ਮੈਂ ਕੀ ਲਿਖ ਸਕਦਾ 3.14285 71 42857 ਕਹਿਣ ਦਾ ਮਤਲਬ ਇੰਨਾ ਪਾਰਟ ਰਿਪੀਟ ਹੋ ਰਿਹਾ ਤੇ ਕੀ ਲਿਖਾਂਗੇ ਫਿਰ ਇਹਦੇ ਉੱਤੇ ਡੰਡੀ ਦੇ ਉੱਤੇ ਆ ਜਾਏਗੀ ਡੰਡੀ ਇਸ ਤਰ੍ਹਾਂ ਅਸੀਂ ਇੱਕ ਇਰੈਸ਼ਨਲ ਪਰ ਯਾਦ ਕਰੋ ਪਾਈ ਨੂੰ ਤੇ ਅਸੀਂ ਇੱਕ ਅਪਰਿਮੇय ਸੰਖਿਆ ਬੋਲਿਆ ਅਪਰਿਮੇय ਸੰਖਿਆ ਕਿਹੜੀ ਹੁੰਦੀ ਹੈ ਜਿਹੜੀ p/q ਦੀ ਫਾਰਮ 'ਚ ਨਹੀਂ ਲਿਖੀ ਜਾ ਸਕਦੀ ਜੇ ਇਹ p/q ਦੀ ਫਾਰਮ 'ਚ ਨਹੀਂ ਲਿਖੀ ਜਾ ਸਕਦੀ ਇਹਦਾ ਕੀ ਮਤਲਬ ਹੈ ਇਹਦਾ ਸਿੰਪਲ ਜਿਹਾ ਮਤਲਬ ਹੈ ਵਾ ਕਿ 22/7 ਪਾਈ ਦੇ ਇਕੁਅਲ ਨਹੀਂ ਹੁੰਦਾ ਅਸੀਂ ਉਹਨੂੰ ਇਕੁਅਲ ਲੈ ਲੈਂਦੇ ਆ ਅਸੀਂ ਉਹਨੂੰ ਇਕੁਅਲ ਲੈ ਲੈਂਦੇ ਆ ਪਰ ਉਹ ਇਕੁਅਲ ਨਹੀਂ ਹੁੰਦਾ ਕਿਉਂ ਇਕੁਅਲ ਲੈ ਲੈਂਦੇ ਆ ਕਿ ਜਿੱਦਾਂ ਮੰਨ ਲਓ ਇਹ ਦੇਖੋ 0.1 ਆ ਨਾ ਇੱਥੇ ਇਹ ਲਾਈਨ ਤੇ ਇਹ 0.2 ਐਸੇ ਤਰ੍ਹਾਂ ਪਾਈ ਦੀ ਕਹਾਣੀ ਆ ਮੰਨ ਲਓ ਕਿ ਇਹ ਹੈਗਾ ਵਾ ਪਾਈ ਇਹ 22/7 22/7 ਤੋਂ ਜਸਟ ਅਗਲਾ ਨੰਬਰ ਮਤਲਬ ਪੂਰਾ ਇੰਨਾ ਕੁ ਮੰਨ ਲਓ ਇੰਨਾ ਕੁ ਫਰਕ ਹੋਏ ਇੰਨਾ ਕੁ ਉਹ ਤੋਂ ਜਸਟ ਅਗਲਾ ਨੰਬਰ ਪਾਈ ਹੈ ਇਸ ਲਈ ਇਹਦੇ ਉਸੇ ਇਕੁਅਲੈਂਟ ਲੈਣੇ ਆ ਬਰਾਬਰ ਨਹੀਂ ਹੁੰਦਾ ਪਰ ਸਵਾਲ ਕੱਢਣ ਲਈ ਅਸੀਂ ਉਹਨੂੰ ਲੈਣੇ ਆ ਕੀ ਹੁੰਦਾ ਅਪਰਿਮੇय ਸੰਖਿਆ ਹੁਣ ਮੰਨ ਲਓ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਕਿ 0.15 ਤੇ ਇਹਨੂੰ ਮੈਨੂੰ p/q ਦੀ ਫਾਰਮ 'ਚ ਲਿਖ ਕੇ ਦਿਓ ਸਮਝ ਗਏ 0/15 ਆ ਗਿਆ ਤੇ ਉਹਨੂੰ ਕਿਸੇ ਨੇ ਕਹਿ ਦਿੱਤਾ ਕਿ p/q ਦੀ ਫਾਰਮ 'ਚ ਲਿਖ ਕੇ ਦਿਓ ਫਿਰ ਕੀ ਕਰੋਗੇ ਕੁਛ ਨਹੀਂ ਕਰਨਾ ਹੁੰਦਾ 0 ਮਤਲਬ ਡੈਸੀਮਲ ਮਤਲਬ 1 2 1 ਡੈਸੀਮਲ ਨੂੰ ਸਮਝ ਲਓ 1 ਤੇ ਇਹਦੇ ਪਿੱਛੇ ਜਿੰਨੇ ਵੀ ਆ 0 ਨਾ 0 15 ਡੈਸੀਮਲ ਇੱਥੇ ਸੀ 1 1 2 2 0 ਠੀਕ ਹੈ ਹੁਣ ਤੇ ਅਸੀਂ ਇਹਦੀ ਕਟਿੰਗ ਕਰ ਸਕਦੇ ਕਿ ਕਿੱਦਾਂ ਕਰਾਂਗੇ ਕਟਿੰਗ 2 ਤੇ ਜਾਂਦਾ ਇਹ ਜਾਂਦਾ ਨਹੀਂ ਜਾਂਦਾ ਫਿਰ 3 ਤੇ ਦੇਖਾਂਗੇ ਇਹ ਜਾਂਦਾ 3 ਤੇ ਹਾਂ ਇਹ 3 ਤੇ ਜਾਂਦਾ ਨਹੀਂ ਜਾਂਦਾ 2 ਤੇ ਨਹੀਂ ਜਾਂਦਾ 3 ਤੇ ਨਹੀਂ ਜਾਂਦਾ ਫਿਰ ਅੱਗੇ 5 ਤੇ 5 ਤੇ ਦੋਨੋਂ ਜਾਂਦੇ ਇੱਥੇ 5 ਇੱਥੇ 0 ਇਹ ਦੇਖੋ 5 3 ਜਾ 5 ਦੀ ਕਟਿੰਗ 5 2 ਜਾ 10 ਬਚਿਆ 20 ਤੇ 24 3/24 ਹੁਣ 3 ਤੇ ਕਟਿੰਗ ਹੋ ਗਈ 3 1 ਜਾ ਤੇ 3 8 ਜਾ ਤੇ 1/8 ਆ ਗਿਆ ਸਮਝ ਪਾ ਰਹੇ ਹੋ ਇਸ ਤਰ੍ਹਾਂ ਅਸੀਂ ਇਹਨੂੰ ਕਨਵਰਟ ਕਰਦੇ ਹਾਂ ਇਹ ਤਾਂ ਠੀਕ ਹੋ ਗਿਆ ਇਹ ਸਮਝ ਆ ਗਿਆ ਮੰਨ ਲਓ ਕੋਈ ਹੋਰ ਕਿਸੇ ਨੇ ਕਹਿਤਾ ਕਿ ਜਿਸ ਤਰ੍ਹਾਂ 0.0000026 ਇਹਨੂੰ ਕਨਵਰਟ ਕਰੋ ਤੇ ਕੀ ਹੈ ਔਖਾ ਵਾ ਨਹੀਂ ਇਹਦਾ ਮਤਲਬ ਸਿੰਪਲ ਹੈ ਕਿ 26 ਇਹ 26 ਹੈ ਬਟਾ ਇਹ 1 ਅੱਛਾ 1 ਇਸ ਤੋਂ ਬਾਅਦ 1 2 3 4 5 6 0 ਲਾ ਲਓ ਸਮਝ ਗਏ ਬਸ ਇਸ ਤੋਂ ਬਾਅਦ ਕੀ ਕਰਨਾ ਹੈ 6 0 ਕਿ 5 0 6 0 है ना अच्छा उस तो बाद देखो मान लो किसी ने कहा था 0.1 बार क्योंकि हुण ਇਹ ਰਿਪੀਟ ਕਰ ਰਿਹਾ ਹੁਣ ਤੇ ਇਹ ਰਿਪੀਟ ਕਰ ਰਿਹਾ ਤੇ ਇਹਦਾ ਮਤਲਬ p/q ਦੀ ਫਾਰਮ ਚ ਇਹਨੂੰ ਲਿਖਣਾ ਵਾ ਇਹਨੂੰ ਚਾਹਨਾ ਵਾ ਤੇ ਕਿੱਦਾਂ ਕਰਾਂਗਾ ਹੁਣ ਮੈਂ ਇਹਨੂੰ ਮੰਨ ਲਾਂਗਾ x 0.1111 ਕੁਛ ਮੰਨ ਲਿਆ ਠੀਕ ਹੈ ਇਹਨੂੰ ਗੁਣਾ ਕਰ ਦਾਂਗਾ 10 ਨਾਲ ਇਹਨੂੰ ਗੁਣਾ ਕਰ ਦਾਂਗਾ 10 ਨਾਲ ਦੇਖਿਓ ਬੜੇ ਧਿਆਨ ਨਾਲ ਇਹ ਇੰਪੋਰਟੈਂਟ ਹੈ
ਮੰਨ ਲਓ ਮੈਂ ਇਹਨੂੰ ਕਨਵਰਟ ਕਰਨਾ ਚਾਹੁੰਦਾ P/Q ਦੀ ਫਾਰਮ 'ਚ। ਇਹਦਾ ਕੀ ਮਤਲਬ ਹੈ 0.1 ਬਾਰ ਦਾ ਕੀ ਮਤਲਬ ਹੈ ਕਿ 0.1111111 ਰਿਪੀਟ ਹੋ ਰਿਹਾ। ਹੁਣ ਇਹਨੂੰ ਮੈਂ ਇੱਕ ਡੈਸੀਮਲ ਫਾਰਮ 'ਚ ਰਿਪੀਟ ਕਰਨਾ ਚਾਹੁੰਦਾ। ਮੰਨ ਲਿਆ ਕਿ ਮੈਂ ਇਹ ਨੰਬਰ ਜਿਹੜਾ ਵਾ ਇਹ ਵਾਲਾ ਨੰਬਰ ਉਹ ਮੰਨ ਲਓ x ਆ ਤੇ ਉਹਨਾਂ 10 ਨਾਲ ਗੁਣਾ ਕਰ ਦੋ। ਇੱਥੇ ਕੀ ਹੋ ਜਾਏਗਾ 10x ਤੇ ਇਹ 10 ਨਾਲ ਜਦੋਂ ਗੁਣਾ ਹੋ ਜਾਏਗੀ ਤੇ ਇਹ 1 ਪੁਆਇੰਟ ਇੱਥੇ ਆ ਜਾਏਗਾ 1 ਬਣ ਗਿਆ। ਹੁਣ ਇਹਨੂੰ ਇਹ ਚੋਂ ਮਾਈਨਸ ਕਰ ਦੋ। ਇਹਨੂੰ ਪਹਿਲੀ ਇਕੁਏਸ਼ਨ ਨਾਲ ਤੇ ਦੂਜੀ ਇਕੁਏਸ਼ਨ ਦੂਜੀ ਚੋਂ ਪਹਿਲੀ ਮਾਈਨਸ ਕਰ ਦੋ। ਇੱਥੇ ਆ ਗਿਆ 9x। ਇਹ ਵਾਲੇ ਜਿਹੜੇ ਡਿਜਿਟ ਆ ਉਹ ਕਟੋਗੇ ਬਚ ਗਿਆ 1 ਤੇ x = 1/9। ਇਹਦਾ ਮਤਲਬ ਇਹ ਸਾਡਾ P/Q ਵਾਲੀ ਫਾਰਮ ਦਾ ਨੰਬਰ ਹੈ ਜੀ। ਇਹ ਹੋਰ ਐਗਜ਼ਾਮਪਲਾਂ ਦੇਖਦੇ ਹਾਂ। ਮੰਨ ਲਓ ਕਿਸੇ ਨੇ ਲਿਖਤਾ 0.3 ਬਾਰ ਤੇ ਇਹਦਾ ਕੀ ਮਤਲਬ ਹੋਇਆ। ਇਹਦਾ ਮਤਲਬ ਹੋਇਆ x ਸਾਡਾ ਕੀ ਹੈ 0.3333, ਉਹਨੂੰ ਅਸੀਂ ਕੀਤੀ 10 ਨਾਲ ਗੁਣਾ 10x = 10 ਨਾਲ ਕੀਤੀ ਹੈ ਤੇ 3 ਇੱਥੇ ਆ ਗਿਆ 3 ਪੁਆਇੰਟ ਤੇ ਰਿਹਾ ਹੀ 333 ਤੇ ਇੱਥੇ ਵੀ 3 ਸੀ ਤੇ ਉਹ 3 ਇੱਥੇ ਆ ਗਈ ਹੈ ਨਾ। ਇਹਨੂੰ ਅਸੀਂ ਆਪਸ ਚ ਮਾਈਨਸ ਕਰਤਾ 10x - x = 3 9x = 3 ਤੇ x = 3/9। ਇਹ ਕਟਿੰਗ ਹੋ ਜਾਏਗੀ 1/3। ਆਇਆ ਸਮਝ। ਇਹ ਤੇ ਸੀਗਾ ਸਾਡਾ ਬੇਸਿਕ। ਕਿਸੇ ਨੇ ਹੋਰ ਵੱਡਾ ਕੁਐਸਚਨ ਦੇ ਦਿੱਤਾ ਮੰਨ ਲਓ, ਠੀਕ ਹੈ, ਕਿਸੇ ਨੇ ਬਹੁਤ ਹੀ ਵੱਡਾ ਕੁਐਸਚਨ ਦੇ ਦਿੱਤਾ। ਸਪੋਜ਼ ਕਿਸੇ ਨੇ ਦੇ ਦਿੱਤਾ ਕਿ ਜਿਹੜਾ ਮੰਨ ਲਓ 0.0001 ਬਾਰ ਨੂੰ P/Q ਦੀ ਫਾਰਮ 'ਚ ਐਕਸਪ੍ਰੈਸ ਕਰੋ ਤੇ ਕੀ ਇਹ ਕਰ ਸਕਦੇ ਹਾਂ ਅਸੀਂ। ਹਾਂ, ਸਾਨੂੰ ਕੁਛ ਨਹੀਂ ਕਰਨਾ। ਜਿੱਦਾਂ ਮੰਨ ਲਓ x ਆ ਉਹਨੂੰ ਇਹ ਮੰਨ ਲਓ 0.0001 0001 ਇਹੀ ਰਿਪੀਟ ਹੋ ਰਿਹਾ ਇਸ ਲਈ ਇਹ ਰਿਪੀਟ ਕੀਤਾ 10x ਲਓ। ਉਹ 10x ਹੁਣ 10x ਲਵਾਂਗੇ ਕਿੰਨੇ ਡਿਜਿਟ ਆ। ਜਦੋਂ 0.3 ਹੁੰਦਾ ਸੀ ਉਦੋਂ 10 ਲੈਂਦੇ ਕਿਉਂਕਿ ਇੱਕ ਵਾਰੀ ਹੋਣਾ ਹੈ 1 2 3 4। ਹੁਣ ਕਿੰਨੇ ਲਵਾਂਗੇ 1 2 3 ਤੇ 4 10,000x। ਜਦੋਂ ਇਹਨੂੰ 10,000 ਨਾਲ ਮਲਟੀਪਲਾਈ ਕਰਾਂਗੇ ਤੇ ਉਹ ਚੋਂ x ਸਬਟਰੈਕਟ ਕਰਾਂਗੇ ਫਿਰ ਕੀ ਹੋਵੇਗਾ। ਹੁਣ ਦੇਖੋ 1 2 ਜਿੱਦਾਂ 1 0 ਮਤਲਬ 1 ਸ਼ਿਫਟ ਹੋ ਗਿਆ ਡੈਸੀਮਲ। ਇਹ ਇੱਥੇ ਆ ਗਿਆ 1 0। ਅੱਛਾ ਇਹ ਇੱਥੇ ਆ ਗਿਆ ਤੀਜੀ 0 ਇਹ ਵੀ ਇੱਥੇ ਆ ਗਿਆ। ਅੱਛਾ ਚੌਥੀ 0 ਇਹ ਵੀ ਇੱਥੇ ਆ ਗਿਆ। ਜਦੋਂ 10 ਕਰਦੇ ਸੀ ਮਤਲਬ ਇਹ ਇੱਥੇ ਆ ਗਿਆ ਹੁਣ 1.0001 ਹੁਣ ਦੇਖੋ ਹੁਣ ਇਹਨੂੰ ਮਾਈਨਸ ਕਰ ਦੋ 999x 10,000 ਚੋਂ x 1 ਘਟਾਓਗੇ ਤੇ 99 ਬਚੇਗਾ। ਇਹ 1 ਆ ਗਿਆ ਤੇ x = 1/। ਸਮਝ ਆ ਗਿਆ। ਇਹ ਤੇ ਹੋ ਗਈ। ਅਸੀਂ ਹਾਲੇ ਤੱਕ ਕੀ ਪੜਿਆ ਕਿ ਅਸੀਂ ਪਰਿਮੇਯ ਸੰਖਿਆ ਨੂੰ ਰਿਪਰੈਜ਼ੈਂਟ ਕਿੱਦਾਂ ਕਰੀਦਾ, ਕਿ ਕਿਸ ਤਰ੍ਹਾਂ ਅਸੀਂ ਡਿਵਾਈਡ ਕਰਦੇ ਹਾਂ। ਔਰ 'ਚ ਹੁੰਦੀਆਂ ਦੋ ਤਰ੍ਹਾਂ ਦੀਆਂ ਸੰਖਿਆਵਾਂ, ਇੱਕ ਹੁੰਦੀ ਸ਼ਾਂਤ, ਇੱਕ ਹੁੰਦੀ ਅਸ਼ਾਂਤ। ਇਹ ਸ਼ਾਂਤ ਹੋ ਗਈ, ਇਹਦੇ 'ਚ ਰਿਮਾਈਂਡਰ 0 ਆ ਗਿਆ, ਇਹਦੇ 'ਚ ਰਿਮਾਈਂਡਰ ਹੀ ਨਹੀਂ ਮਿਲਿਆ, ਰਿਪੀਟ ਹੋਈ ਗਿਆ ਅਸ਼ਾਂਤ। ਠੀਕ ਹੈ। ਉਸ ਤੋਂ ਬਾਅਦ ਅਸੀਂ ਇੱਕ ਹੋਰ ਡਿਵਾਈਡ ਕਰਕੇ ਦੇਖੀ ਕਿ ਪਾਈ ਵਾਲਾ ਕੰਸੈਪਟ ਕੀ ਸੀ। ਕਿ ਪਾਈ ਭਾਵੇਂ ਤੁਸੀਂ ਕਹਿੰਦੇ ਹੋ ਕਿ ਅਪਰਿਮੇਯ ਸੰਖਿਆ ਵਾ ਪਰ ਪਾਈ ਜਿਹੜੀ ਆ ਅਪਰਿਮੇਯ ਨਹੀਂ ਹੈਗੀ। ਮਤਲਬ ਪਾਈ ਅਪਰਿਮੇਯ ਆ ਪਰ ਉਹਨੂੰ ਅਸੀਂ 22/7 ਲੈਂਦੇ ਹਾਂ, ਉਹ ਜਸਟ ਉਦੋਂ ਅਗਲਾ ਨੰਬਰ ਆ। ਇਸ ਲਈ ਕੋਈ ਕਹਿ ਦੇ ਕਿ ਪ੍ਰੂਵ ਕਰੋ ਕਿ 22/7 ਜਿਹੜਾ ਵਾ ਉਹ ਅਪਰਿਮੇਯ ਨਹੀਂ ਹੈ ਤੇ ਉਹ ਨਹੀਂ ਹੈ। ਅਸੀਂ ਇਸ ਤਰ੍ਹਾਂ ਪ੍ਰੂਵ ਕਰ ਸਕਦੇ ਹਾਂ ਕਿ 22/7 ਜਿਹੜੀ ਹੈ ਇੱਕ ਅਪਰਿਮੇਯ ਸੰਖਿਆ ਨਹੀਂ ਹੈ। ਕੋਈ ਪੁੱਛਦੇ ਕਿ 22/7 ਅਪਰਿਮੇਯ ਹੈ ਕਿ ਨਹੀਂ ਤਾਂ ਅਸੀਂ ਇਹ ਕਰ ਸਕਦੇ ਹਾਂ। ਉਸ ਤੋਂ ਬਾਅਦ P/Q ਤੇ ਜਿੱਦਾਂ ਮੰਨ ਲਓ ਇਸ ਤਰ੍ਹਾਂ ਆ ਜਾਏ ਕਿ ਇਹਨੂੰ P/Q 'ਚ ਕਰੋ। ਜੇ ਤੇ ਇਸ ਤਰ੍ਹਾਂ ਆ ਜਾਏ ਤੇ ਇਹ ਤਾਂ ਬਹੁਤ ਹੀ ਸੌਖਾ, ਸਿੰਪਲੀ ਹੋਣਾ। ਜਿੱਦਾਂ 1 2 ਤੇ 2 ਜ਼ੀਰੋਆਂ ਲਾ ਦੇਣੀਆਂ ਤੇ ਡਿਜਿਟ ਨਾਲ 1। ਪਰ ਜਿਸ ਤਰ੍ਹਾਂ ਇਹ ਵਾਲਾ ਸਵਾਲ ਆ ਜਾਏ ਤੇ ਫਿਰ ਅਸੀਂ ਕੀ ਕਰਨਾ, ਅਸੀਂ x ਲੈ ਲੈਣਾ ਤੇ ਜਿੰਨੇ ਵੀ, ਜੇ 0 ਆ ਤਾਂ ਉਹੀ 1 0 ਤੇ x। ਜੇ 2 ਆ ਜਿੱਦਾਂ ਇੱਥੇ 3 ਆ ਗਏ, ਇੱਥੇ 3 ਆ ਗਏ 1 2 3 4 ਤੇ ਫਿਰ 4 ਜ਼ੀਰੋਆਂ ਲੱਗੀਆਂ। ਠੀਕ ਹੈ। ਤੇ ਉਨਾ ਹੀ ਕਰਕੇ ਇਹਨੂੰ ਦੂਜੀ ਨੰਬਰ ਇਕੁਏਸ਼ਨ, ਇਹਨੂੰ ਪਹਿਲੀ ਨੰਬਰ ਇਕੁਏਸ਼ਨ, ਦੂਜੀ ਚੋਂ ਹਮੇਸ਼ਾ ਪਹਿਲੀ ਘਟਾ ਦੇਣੀ। ਜਦੋਂ ਘਟਾਓਗੇ ਤੇ 99 ਤੇ ਇਹ ਸਾਰੇ ਘਟ ਹੋ ਜਾਣਗੇ, ਹੈ ਨਾ, ਕਿਉਂਕਿ ਇਹ ਤਾਂ ਇਨਫਾਈਨਾਈਟ ਤੱਕ ਚੱਲ ਰਿਹਾ ਤੇ ਇੱਥੋਂ x ਤੁਹਾਡੇ ਕੋਲ ਮਿਲ ਜਾਏਗਾ। ਇਹ ਅਸੀਂ ਸਾਰਾ ਕੁਝ 9ਵੀਂ 'ਚ ਪੜ੍ਹਿਆ ਸੀ।
ठीक है। इसलिए यह सारिया चीज़ां सानू तंग नहीं करनिया चाहिए, ठीक है। हुण किसी ने एक होर सवाल दे दिंदा कोई एक होर टफ क्वेश्चन बन जाता है, जिद्दां मान लो मिक्सड क्वेश्चन आ जाए। मिक्सड क्वेश्चन का की मतलब है, जिद्दां मान लो कोई कह दे कि 0.3 तो ठीक है पर 2 के उपर बार लगी दी है, तो फिर की करिए। तो उन्होंने मैं चाहना P/Q च बदलना। 3 तो ठीक है पर 2 भी मैं P/Q च बदलना चाहना। इहदे च की करना, सिंपली देखो x मान लो कि x नहीं बनना। हुण तुसी की करना कि यह देखो x नू मल्टीप्लाई करना 10 टू दी पावर n ना, मतलब 10 दी कुछ पावर नाल। वो n की है, जेड़ा इत्थे नंबर विदाउट बार। की मतलब है सर समझाओ। जेड़ा नंबर विदाउट बार है ना, उन्ने नाल मल्टीप्लाई करना। जिद्दां हुण यह क्वेश्चन है, इत्थे 3 विदाउट बार डेसीमल तो बाद, ठीक है। हुण मैं लिखिया 0.32 बार, इत्थे बार आ, इत्थे बार नहीं है, डेसीमल तो बाद की गल हो रही है, मतलब 3 ते बार नहीं है। तो एक्स तो मैं लिखता 0.32 बार, पर एक्स नू हुण मैं कितना मल्टीप्लाई करना। एक नंबर आ जिहड़ा बार तो बिना वा, मतलब एक नंबर आ तो 10 की पावर 1 यानी कि 10, ठीक है। तो 10 ना फिर मैं मल्टीप्लाई की, एक ही आ गया 10x = 3.2 बार। हुण वही सवाल बन गया कि हुण तो 3.2 बार है, मतलब बार है। तो हुण की करांगे, कुछ नहीं करना। हुण तो 3 + 0.2 बार कर दो, ठीक है। तो 0.2 बार नूं हुण तुसीं कढ सकदे हो। किस तरह आंदी सी 0.2 बार, इनू मान लो x 10x = 2.2 बार, 2 2 2 2 2 तो 2 तो 2/9, तो 3 + 2/9, यह एलसीएम लवांगे 9, 27 + 2 29/9, 9 के 90, 10x = 29/9, तो x = 29/90। इनू समझो ध्यान ना एक बार फिर। तो मैं एक क्वेश्चन यही वाला करता है बाहर, ठीक है। हुण देखो इत्थे जिन्ने डिजिट सीगे, एक्स नू मैं लिख लिया, ठीक है। यह जिहड़ा एक्स सीगा इनू कितना मल्टीप्लाई करना, जिन्ने नंबर बार तो बिना। इत्थे एक नंबर बार तो बिना मतलब 10 ना मल्टीप्लाई किया, ठीक है। तो हुण आ गया 10x, इत्थे आ गया 3.2 बार। यह जिहड़ा 3.2 बार है, इनू मैं 3 + 0.2 बार भी लिख सकदा। 3 + 0.2 बार, तो 0.2 बार जिद्दां असीं इत्थे कीता सी 0.1 बार, 0.1 x ले लिया सी। फिर 10x क्यों लिया 10x, क्योंकि एक नंबर ते बार सीगी, इसलिए 10x लिया ही। इनू कीता सी माइनस, तो 9x आ गया सी 1/9। उस तरह 0.9 बार कितना आ जाएगा 2/9 + 3। हुण इत्थे की लैना असीं एलसीएम। एलसीएम की हुंदा है 9 असीं थल्ले लिखिया, यह 9 सीगा, इत्थे 1 आ है ना, इत्थे की आ 1। जदों असीं इत्थे 1 इत्थे 9 आ ते असीं 9 लिया, 1 9 जा की कीता 1 9 जा 9, 1 9 जा 9, ते 9 × 3 9 × 3 27 प्लस 9 1 जा 1 9 1 जा 9, ते 9 × 2 सुन लियो ध्यान ना, 1 9 जा 9, 9 × 3 27, 9 1 जा 9, 9 × 2 ते इत्थे 9 × 1 किन्ने जा 9 जा, 9 1 जा, इत्थे असली 1 आएगा, 9 नहीं आना। कितना आ जाएगा
ਇੱਕ ਕਿੰਨੇ ਜਾ 9 ਜਾ, ਤੇ ਫਿਰ ਇਹ ਜਿਹੜਾ ਕਿੰਨਾ ਵਾਲਾ ਵਾ ਉਹਨੂੰ ਅਸੀਂ ਇੰਨਾ ਮਲਟੀਪਲਾਈ ਕਰਨਾ, ਕਿੰਨੇ ਵਾਲਾ 1 ਜਾ, ਤੇ 29/9 ਆ ਗਿਆ 10x, ਤੇ x ਕਿੰਨਾ ਆ ਗਿਆ 29/90। ਸਮਝ ਆ ਗਿਆ। ਐਲਸੀਐਮ ਲੈਣਾ ਤੁਹਾਨੂੰ ਆਉਣਾ ਚਾਹੀਦਾ, ਤੁਸੀਂ 10ਵੀਂ ਕਲਾਸ 'ਚ ਗਏ। ਜਿੱਦਾਂ ਐਲਸੀਐਮ ਦਾ ਤੁਹਾਨੂੰ ਇੱਕ ਹੋਰ ਕਨਸੈਪਟ ਦੱਸ ਦਿੰਦਾ ਕਿ ਮੰਨ ਲਓ 15/5 ਪਲੱਸ 16/5 ਪਲੱਸ 4/3, ਠੀਕ ਹੈ। ਹੁਣ ਇਹਦਾ ਅਸੀਂ ਐਲਸੀਐਮ ਲੈਣਾ 5 ਤੇ 3, ਕਿੱਦਾਂ ਕਰਾਂਗੇ 5 3 ਇੱਥੇ ਲਿਖ ਲਓ। ਸਭ ਤੋਂ ਪਹਿਲਾਂ ਦੇਖੋ 2, ਫਿਰ ਦੇਖੋ 3, ਫਿਰ 5। ਜਿੱਦਾਂ ਇੱਥੇ 2 ਦੇਖਿਆ, 2 ਤੇ ਤਾਂ ਨਹੀਂ ਜਾਂਦਾ, 5 ਨਾਲ 3, ਫਿਰ ਅਸੀਂ ਆ ਗਏ 3 ਤੇ, 3 ਤੇ ਜਾਂਦਾ ਹੈ ਪਰ ਇਹ ਨਹੀਂ ਜਾਂਦਾ, ਤੇ 5 ਨੂੰ ਇਸ ਤਰ੍ਹਾਂ ਹੀ ਲਿਖਤਾ, ਫਿਰ 1 ਆ ਗਿਆ। ਅੱਛਾ, ਫਿਰ 5 ਲਿਖਤਾ, ਫਿਰ 1 ਤੇ 1 ਆ ਗਿਆ। ਹੁਣ ਦੇਖੋ 3 × 5 15, ਇਹਦਾ ਮਤਲਬ ਇਹਦਾ ਐਲਸੀਐਮ ਕੀ ਆ 15। 5 3 ਜਾ 15 ਹੁੰਦਾ, ਕਿੰਨੇ ਦਾ 3 ਜਾ, ਕਿੰਨੇ ਜਾ 3 ਜਾ। ਇਹ 3 ਨੂੰ ਨਾ ਇੰਨਾ ਮਲਟੀਪਲਾਈ ਕਰਨਾ 16, ਮਤਲਬ 3 × 16 ਪਲੱਸ ਤੇ ਆ ਵੱਖਰਾ 3 ਕਿੰਨੇ ਜਾ 5 ਜਾ, ਤੇ 5 × 4 ਮਤਲਬ 5 × 4 48 + 20/15 68/15। ਇਹ ਆਂਸਰ ਹੋ ਗਿਆ। ਇੱਕ ਹੋਰ ਸਵਾਲ ਦੇਖਦੇ ਹਾਂ, ਲਾਸਟ ਕੁਐਸਚਨ 15.712, ਤੇ ਇਹ ਤੁਸੀਂ ਸਵਾਲ ਹੁਣ ਕਰਕੇ ਲਿਆਣੇ ਆ। ਇੱਕ 0.235 ਨੂੰ ਕਨਵਰਟ ਕਰਨਾ, ਠੀਕ ਹੈ। ਇੱਕ ਐਲਸੀਐਮ ਕੱਢਣਾ 16/25 ਤੇ 4/2 ਦਾ, 4/2, ਹਾਂ 2/6 ਦਾ, ਇਹਦਾ ਐਲਸੀਐਮ ਕੱਢਣਾ ਤੁਸੀਂ। ਤੇ ਇੱਕ ਤੁਸੀਂ ਹੋਰ ਸਵਾਲ ਕੱਢਣਾ 15.7 ਬਾਰ। ਇਹ ਮੈਂ ਤੁਹਾਨੂੰ ਸਵਾਲ ਸਮਝਾਉਣ ਲੱਗਾ, 15.7 ਬਾਰ ਤੇ ਤੁਹਾਨੂੰ ਸਮਝਾਉਣ ਲੱਗਾ ਨਾ। ਚਲੋ 7 6 ਵਾਰ ਕਰ ਦਿੰਦੇ ਹਾਂ, 14 ਕਰ ਦਿੰਦੇ ਹਾਂ, ਸੇਮ ਕਰ ਦਿੰਦੇ ਹਾਂ, 14 ਕਰ ਦਿੰਦੇ ਹਾਂ ਬਸ। ਚਲੋ ਹੁਣ ਇੱਧਰ ਸਵਾਲ ਦੇਖ ਲਓ, ਇਹ ਸਮਝ ਲਓ, ਫੇਰ ਹੀ ਤੁਹਾਡੇ ਕੋਲ ਹੋਣੇ ਆ। ਜੇ ਇਹ ਕਰ ਲਏ ਉਸ ਤੋਂ ਬਾਅਦ ਅਸੀਂ ਪੜਾਂਗੇ अपरिमेय ਸੰਖਿਆਵਾਂ, ਤੇ ਫਿਰ ਅਸੀਂ ਆਪਣਾ ਚੈਪਟਰ ਸ਼ੁਰੂ ਕਰਾਂਗੇ 10ਵਾਂ ਪ੍ਰੋਪਰ ਪਹਿਲਾ ਚੈਪਟਰ, ਠੀਕ ਹੈ। ਤੇ ਹੁਣ ਅਸੀਂ ਜਦੋਂ ਅਸੀਂ ਇਹਦੀ ਗੱਲ ਕਰੀਏ ਤੇ ਕੀ ਹੈ ਉਹ ਦੇਖੋ, ਬਾਰ ਤੋਂ ਪੁਆਇੰਟ ਤੋਂ ਬਾਅਦ ਕਿੰਨੇ ਨੰਬਰ ਆ ਜਿਹੜੇ ਡੈਸੀਮਲ ਤੋਂ ਬਿਨਾ 1 ਹੋ, ਇਹਦਾ ਮਤਲਬ 10x ਲੈਣਾ ਹੈ ਨਾ। 10x ਲੈਣਾ ਤੇ 10x ਕਿੰਨਾ ਹੋ ਗਿਆ, ਇਹ ਡਿਜਿਟ ਇੱਥੇ ਆ ਗਿਆ 157.12 ਬਾਰ। 157 ਆ ਗਿਆ, मतलब 10x ਨੂੰ मैं क्या लिख सकता हूँ 157 157 प्लस 0.12 बार। ਹੁਣ ਇਹ 0.12 ਬਾਰ ਕਿਸ ਤਰ੍ਹਾਂ ਆਏਗੀ, ਇਹਨੂੰ ਵੀ ਕੱਢ ਲੈਂਦੇ ਆ। ਮੈਂ ਕਿਹਾ 0.12 ਬਾਰ ਇੱਕ ਨਵਾਂ ਕੁਐਸਚਨ ਲੈ ਲਓ। ਅੱਛਾ, ਇਹ ਤੇ x ਆ 0.12 ਬਾਰ मतलब 1 2 1 2 1 2, ਤੇ ਇਹ 2 ਬਾਰ ਹੈ, ਇਸ ਲਈ 100x = 12.121212 ਬਾਰ ਹੈ ਨਾ। ਇੱਥੋਂ ਆ ਗਿਆ 12 ਤੇ ਇੱਥੇ ਆ ਗਿਆ 99x मतलब 12/99। ਕਹਿਣ ਦਾ ਮਤਲਬ ਕਿ ਜੋ ਵੀ ਇੱਥੇ ਨੰਬਰ ਹੁੰਦਾ ਵਾ ਉਹ ਬਟਾ 99 ਹੋ ਜਾਂਦਾ। ਜੇ ਇੱਥੇ ਹੁੰਦਾ 122 ਬਾਰ ਤੇ ਮੈਂ ਕੀ ਲਿਖਦਾ 0. ਤੇ 122/99 ਇਸ ਤਰ੍ਹਾਂ ਲਿਖ ਦਿੰਦਾ। ਜੇ ਇੱਥੇ 1 ਹੁੰਦਾ ਤੇ 1/9 ਲਿਖ ਦਿੰਦਾ, ਉਹੀ ਹੁੰਦਾ। ਤੇ ਇਹਦਾ ਮਤਲਬ 157 + 12/99 ਹੈ ਨਾ, ਤੇ = 10x। ਹੁਣ ਤੁਹਾਨੂੰ ਇਹਦਾ ਐਲਸੀਐਮ ਜੇ ਨਹੀਂ ਲੈਣਾ ਆਉਂਦਾ ਤੇ ਬਹੁਤ ਮਾੜੀ ਗੱਲ ਹੈ। ਹੁਣ ਇਹਦਾ ਐਲਸੀਐਮ ਜੇ ਅਸੀਂ ਲੈਣਾ ਤੇ ਅਸੀਂ ਕੀ ਕਰਾਂਗੇ ਸਾ, ਹੁਣ ਸਾਡਾ ਸਿੱਧਾ ਹੀ ਆਨਸਰ ਹੈ ਕਿ ਸਾਨੂੰ 99 ਐਲਸੀਐਮ ਲੈਣਾ। ਕਿਉਂ? ਕਿਉਂਕਿ ਇੱਥੇ 1 ਆ, 1 × 99 ਕਿੰਨੇ ਜਾ, ਮੈਂ ਕਿਹਾ ਕਿੰਨੇ, ਦੇਖੋ ਕਿੰਨੇ ਜਾ 99 ਜਾ, ਇਹ 99 ਇੱਥੇ ਲਿਖ ਲਓ, ਇਹਨੂੰ ਇੰਨਾ ਮਲਟੀਪਲਾਈ ਕਰ ਦੋ 99 1 ਜਾ 1 ਜਾ × 12, ਬਸ ਇਹ ਕਰ ਲਓ, ਆਨਸਰ ਆ ਜਾਏਗਾ। ਸਮਝ ਆਇਆ? ਇਹ ਸਵਾਲ ਤੁਹਾਡੇ ਹੋਮਵਰਕ ਹੈ, ਇਹ ਕਰੋ ਤੇ ਮੈਨੂੰ ਅਗਲੀ ਵੀਡੀਓ 'ਚ ਮਿਲੋ, ਤੇ ਕਮੈਂਟ ਬਾਕਸ 'ਚ ਆਨਸਰ ਕਰੋ ਜਾਂ WhatsApp 'ਤੇ ਭੇਜੋ।